ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਵੱਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀਨਾ ਉਚਰੀ। ਧਰਮ ਹੇਤੁ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ। ਟਿਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨਾ। ਤੇਗੋ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨਾ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੀ ਸਹਿਜਤਾ ਦੇ ਨਾਲ ਗਿਆਨੀ ਹਰਨਾਮ ਸਿੰਘ ਹੁਣਾਂ ਨੇ ਆਪ ਸੰਗਤ ਨੂੰ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕਰਵਾਇਆ ਹੈ। ਆਓ ਇਸ ਅਗੰਮੀ ਫੁਰਮਾਨ ਦੀ ਵਿਆਖਿਆ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾਂ। ਬਿਨ ਸਿਮਰਨ ਜੈਸੇ ਸਰਪ ਅਰ ਜਾਰੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 239 ਅੰਗ ਉੱਪਰ ਦਰਜ ਹੈ। ਗੌੜੀ ਰਾਗ ਵਿੱਚ ਮਹਾਰਾਜ ਆਪਣੇ ਪਾਕ ਗਲੂਏ ਮੁਬਾਰਕ ਤੋਂ ਮਨੁੱਖਤਾ ਦੇ ਭਲੇ ਹਿੱਤ ਤੇ ਫੁਰਮਾਨ ਪ੍ਰਗਟ ਕਰਦੇ ਨੇ। ਸਿਮਰਨ ਦਾ ਭਾਵ ਹੈ ਚਿੰਤਨ ਕਰਨਾ, ਅਕਾਲ ਪੁਰਖ ਨੂੰ ਯਾਦ ਰੱਖਣਾ, ਜ਼ਿਹਨ ਵਿੱਚ ਟਿਕਾ ਕੇ ਰੱਖਣਾ, ਆਪਣੇ ਇਸ਼ਟ ਦੇ ਗੁਣ ਗਾਉਣੇ ਔਰ ਧਾਰਵਤ ਜਿਵੇਂ ਪਾਣੀ ਦੀ ਧਾਰ ਇੱਕ ਰਸ ਚੱਲਦੀ ਹੈ, ਇਉਂ ਸੰਸਾਰ ਵੱਲੋਂ ਬਿਰਤੀ ਨੂੰ ਤੋੜ ਕੇ ਨਿਰੰਕਾਰ ਵਿੱਚ ਜੋੜ ਲੈਣਾ। ਜਿਹੜੇ ਸਿਮਰਨ ਨਹੀਂ ਕਰਦੇ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਜੀਵਨ ਸਰਪ ਦੀ ਨਿਆਈ ਹੈ। ਆਰ ਜਾਰੀ ਲਫ਼ਜ਼ ਵਰਤਿਆ ਹੈ। ਆਰ ਜਾਰ ਕਿਹਾ ਜਾਂਦਾ ਹੈ ਉਮਰਾਂ ਨੂੰ, ਅਵਸਥਾ ਨੂੰ। ਉਹਨਾਂ ਦੀ ਉਮਰਾਂ ਸੱਪ ਦੀ ਨਿਆਈ ਬਤੀਤ ਹੁੰਦੀ ਹੈ। ਹੁਣ ਤੁਸੀਂ ਆਖੋਗੇ ਵੀ ਇਹਦੇ ਵਿੱਚ ਕੀ ਮੁਸ਼ਕਲ ਹੈ। ਸਰਪ ਦੂਜਿਆਂ ਨੂੰ ਡੰਗਦਾ ਹੈ, ਦੁੱਖ ਦਿੰਦਾ ਹੈ। ਜ਼ਹਿਰ ਜੋ ਉਹਦੇ ਅੰਦਰ ਨਿਤਾ ਪ੍ਰਤੀ ਬਣਦਾ ਹੈ ਉਹਦੇ ਨਾਲ ਉਹ ਆਪ ਜਲਦਾ ਵੀ ਹੈ। ਤੁਸੀਂ ਵੇਖੋ ਸੱਪ
ਗਰਮੀਆਂ ਵਿੱਚ ਸ਼ਾਮਾਂ ਨੂੰ ਜਦੋਂ ਠੰਡਾ ਹੋਵੇ ਤੇ ਖੁੱਡਾਂ ਚੋਂ ਬਾਹਰ ਨਿਕਲ ਆਉਂਦੇ ਨੇ, ਕਿਉਂਕਿ ਉਹ ਗਰਮੀ ਬੜੀ ਮਨਾਉਂਦੇ ਨੇ। ਉਹਨਾਂ ਦੇ ਅੰਦਰ ਜ਼ਹਿਰ ਬੜਾ ਹੁੰਦਾ ਹੈ। ਸਾਕਤ ਬੰਦੇ ਦਾ ਜੀਵਨ ਹਿੰਨ ਬਿਨ ਐਸਾ ਹੈ, ਉਹਦੇ ਅੰਦਰ ਈਰਖਾ ਦਾ ਜ਼ਹਿਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜ਼ਹਿਰ ਹੈ, ਦੂਸਰੇ ਪ੍ਰਤੀ ਨਫ਼ਰਤ ਹੈ ਉਹਦੇ ਅੰਦਰ, ਕ੍ਰੋਧ ਹੈ ਉਹਦੇ ਅੰਦਰ। ਇੱਕ ਜਗ੍ਹਾ ਹੋਰ ਬਾਣੀ ਵਿੱਚ ਆਉਂਦਾ ਹੈ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ। ਬਿਨਾਂ ਸਿਮਰਨ ਤੋਂ, ਬਿਨਾਂ ਭਜਨ ਤੋਂ ਇਹ ਜਿਹੜੀ ਆਰਬਲਾ ਹੈ ਬੰਦੇ ਦੀ, ਸੱਪ ਦੀ ਨਿਆਈ ਵਿਕਾਰਾਂ ਦੇ ਜ਼ਹਿਰ ਨੂੰ ਪ੍ਰਗਟ ਕਰਨ ਵਿੱਚ ਹੀ ਬਤੀਤ ਹੋ ਜਾਂਦੀ ਹੈ। ਵਿਕਾਰਾਂ 'ਚ ਫਿਰ ਉਹ ਜਲਦਾ ਰਹਿੰਦਾ ਹੈ, ਸੜਦਾ ਰਹਿੰਦਾ ਹੈ, ਈਰਖਾ ਉਸ ਨੂੰ ਤਪਾਉਂਦੀ ਰਹਿੰਦੀ ਹੈ, ਉਹ ਕ੍ਰੋਧ ਰੂਪੀ ਜ਼ਹਿਰ ਅੰਦਰ ਘੋਲਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਨੇ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਖਾਰੀ। ਭਾਵੇਂ ਦੁਨੀਆ ਦੇ ਉੱਪਰ ਤੇਰਾ ਰਾਜ ਹੋਵੇ, ਜੇ ਸਿਮਰਨ ਨਹੀਂ ਹੈ, ਭਜਨ ਨਹੀਂ ਹੈ, ਤੇ ਤੇਰੀ ਅਰਬਲਾ ਵਿਕਾਰਾਂ ਵਿੱਚ ਤਪਦੇ ਦੀ ਸਰਪ ਦੀ ਨਿਆਈ ਹੀ ਬਤੀਤ ਹੋਵੇਗੀ। ਤੂੰ ਸਿਮਰਨ ਤੋਂ ਬਿਨਾਂ ਸੁੱਖ ਨਹੀਂ ਮਾਣ ਸਕਦਾ, ਸਿਮਰਨ ਤੋਂ ਬਿਨਾਂ ਜੀਵਨ ਵਿੱਚ ਠੰਡਕ ਨਹੀਂ ਪ੍ਰਗਟ ਹੁੰਦੀ। ਕਈ ਪ੍ਰਕਾਰ ਦੀ ਅੱਗ ਹੈ ਬੰਦੇ ਦੇ ਅੰਦਰ ਜੋ ਬਲਦੀ ਹੈ, ਜੋ ਸਰਪ ਵਾਂਗ ਸਾਨੂੰ ਤਪਾਉਂਦੀ ਹੈ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਪਵ ਹੈ ਦੱਜ ਹੈ ਨਾਨਕਾ, ਤਰਿਆ ਕਰਮੀ ਲੱਗ। ਹੁਣ ਹੰਸ ਦਾ ਭਾਵ ਹੈ ਹਿੰਸਾ। ਜਿਹੜਾ ਰੱਬ ਤੋਂ ਦੂਰ ਹੈ ਬੰਦਾ, ਉਹ ਹਿੰਸਾ ਬੜੀ ਕਰਦਾ ਹੈ। ਜਦੋਂ ਉਹ ਲੋਕਾਈ ਵਿੱਚ ਰੱਬ ਨੂੰ ਵੇਂਹਦਾ ਹੀ ਨਹੀਂ ਹੈ ਤੇ ਫਿਰ ਉਹ ਜ਼ੁਲਮ ਤੇ ਕਰੇਗਾ ਹੀ। ਆਪਾਂ ਆਮ ਦੇਖਦੇ ਹਾਂ, ਚਾਈਨਾ ਆਦਿਕ ਦੇਸ਼ਾਂ ਵਿੱਚ ਲੋਕ ਬਹੁਤੇ ਕਾਮਰੇਡੀ ਵਿਚਾਰਧਾਰਾ ਦੇ ਨੇ, ਉਹ ਰੱਬ ਨੂੰ ਨਹੀਂ ਮੰਨਦੇ। ਜੋ ਵੀ ਜ਼ਿੰਦਾ ਹੈ ਉਸ ਨੂੰ ਖਾ ਜਾਓ ਬਸ, ਉਹ ਕੁਝ ਵੀ ਨਹੀਂ ਛੱਡਦੇ। ਜੋ ਵੀ ਰੇਂਗਦਾ ਹੈ ਉਸ ਨੂੰ ਖਾ ਲਵੋ, ਨਾ ਕੋਈ ਡੱਡੀ ਮੱਛੀ ਛੱਡਦੇ ਨੇ। ਜਲ ਚਰ ਜੀਵ ਵੀ ਨਹੀਂ ਛੱਡਦੇ, ਰੇਂਗਣ ਵਾਲੇ ਜੀਵਾਂ ਦਾ ਖੁਰਾ ਖੋਜ ਮਿਟਾ ਦਿੰਦੇ ਨੇ। ਅਸਲ ਉਹਨਾਂ ਦੀ ਭਾਵਨਾ ਹੈ ਵੀ ਰੱਬ ਹੈ ਹੀ ਨਹੀਂ ਗਾ। ਪਰਮਾਤਮਾ ਦੀ ਜਿਹੜੀ ਹੋਂਦ ਹੈ ਉਹ ਸਾਨੂੰ ਦਇਆਵਾਨ ਬਣਾਉਂਦੀ ਹੈ। ਹਰ ਜ਼ਰੇ 'ਚ ਪਰਮੇਸ਼ਵਰ ਨੂੰ ਜਾਣਨਾ, ਹਰ ਇੱਕ 'ਤੇ ਦਇਆ ਕਰਨੀ। ਔਰ ਸਿੱਖੀ ਦਾ ਮੂਲ ਸਿਧਾਂਤ ਦਇਆ ਹੈ। ਧੌਲ ਧਰਮ ਦਇਆ ਕਾ ਪੂਤ। ਕਹਿੰਦੇ ਦਇਆ ਮਾਂ ਹੈ, ਧਰਮ ਕਾਕਾ ਹੈ। ਜੇ ਮਾਂ ਹੀ ਹੈ ਨਹੀਂ ਤੇ ਕਾਕਾ ਕਿੱਥੋਂ ਜੰਮ ਪਿਆ। ਸੋ ਮਹਾਰਾਜ ਕਹਿੰਦੇ ਨੇ, ਕਈਆਂ ਦੇ ਅੰਦਰ ਹਿੰਸਾ ਰੂਪੀ ਅੱਗ ਬਲਦੀ ਰਹਿੰਦੀ ਹੈ, ਉਹਨਾਂ ਦਾ ਜੀਵਨ ਹਿੰਸਾ ਕਰਦਿਆਂ ਹੀ ਲੰਘ ਜਾਂਦਾ ਹੈ। ਕਿਸੇ ਦੇ ਅੰਦਰ ਹੇਤ ਹੈ, ਮੋਹ ਰੂਪੀ ਅੱਗ ਬਲਦੀ ਰਹਿੰਦੀ ਹੈ। ਸੰਸਾਰ ਦਾ ਮੋਹ ਬੜਾ ਪਾਲ ਕੇ ਬੈਠੇ ਨੇ, ਨਿਰੰਕਾਰ ਨੂੰ ਭੁਲਾ ਦਿੰਦੇ ਨੇ। ਕਿਸੇ ਅੰਦਰ ਲੋਭ ਦੀ ਅੱਗ ਹੈ, ਇਹ ਬੜੀ ਭਿਅੰਕਰ ਅੱਗ ਹੈ ਜੋ ਲੋਭ ਦੀ ਹੈ, ਤ੍ਰਿਸ਼ਨਾ ਦੀ ਹੈ। ਬੰਦੇ ਦੇ ਅੰਦਰ ਇੱਕ ਆਸ ਪ੍ਰਗਟ ਹੁੰਦੀ ਹੈ ਵੀ ਮੈਂ ਵੱਡਾ ਮਹਿਲ ਬਣਾਉਣਾ ਹੈ, ਇੰਨੀ ਮੈਨੂੰ ਆਮਦਨ ਚਾਹੀਦੀ ਹੈ। ਉਮੰਗ ਉੱਠਦੀ ਹੈ, ਜਦੋਂ ਨਾ ਪੂਰੀ ਹੋਵੇ ਬੰਦਾ ਤਪਦਾ ਰਹਿੰਦਾ ਹੈ ਚਿੰਤਾ ਵਿੱਚ। ਇਹ ਚਿਖਾ ਬਣਾ ਦਿੰਦੀ ਹੈ ਸਰੀਰ ਨੂੰ, ਨਾ ਪ੍ਰਾਪਤੀ ਹੋਣੀ। ਕਹਿੰਦੇ ਕੁਝ ਇਹਦੇ ਵਿੱਚ ਸੜ ਰਹੇ ਨੇ, ਲੋਭ ਦੀ ਅੱਗ ਵਿੱਚ, ਤੇ ਕਈ ਕੋਪ ਦੀ ਅੱਗ ਵਿੱਚ, ਕ੍ਰੋਧ ਦੀ ਅੱਗ ਵਿੱਚ ਤਪ ਰਹੇ ਨੇ। ਗੱਲ ਗੱਲ ਤੇ ਕ੍ਰੋਧ ਕਰਨਾ, ਇਹ ਅੱਗ ਦੀਆਂ ਨਦੀਆਂ ਨੇ। ਕਰੂਅਲਟੀ, ਮਟੀਰੀਅਲ ਅਟੈਚਮੈਂਟ, ਗਰੀਡ ਐਂਡ ਐਂਗਰ ਆਰ ਦਾ 4 ਰਿਵਰਸ ਆਫ ਫਾਇਰ। ਇਹਨਾਂ ਵਿੱਚੋਂ ਕੋਈ ਨਹੀਂ ਬਚ ਸਕਦਾ, ਇਹਨਾਂ ਵਿੱਚ ਹੀ ਜੀਵਨ ਬਤੀਤ ਹੋ ਜਾਂਦਾ ਹੈ। ਤੇ ਆਪਾਂ ਫਿਰ ਕਹਿੰਦੇ ਆ ਨਾ, ਚਿੰਤਾ ਚਿਖਾ ਸਮਾਨ ਹੈ। ਇਹ ਅੱਗ ਫਿਰ ਇੱਕ ਨਾ ਇੱਕ ਦਿਨ ਖੁਰਾ ਖੋਜ ਮਿਟਾ ਦਿੰਦੀ ਹੈ। ਮਹਾਰਾਜ ਆਖਣ ਲੱਗੇ, ਅਗਰ ਇਹਨਾਂ ਨਦੀਆਂ ਤੋਂ ਪਾਰ ਲੰਘਣਾ ਹੈ ਤੇ ਗੁਰੂ ਦੇ ਚਰਨੀ ਲੱਗ। ਬਾਣੀ ਦਾ ਜਲ ਹੀ ਤੇਰੀ ਅਗਨ ਮਿਟਾ ਸਕਦਾ ਹੈ।
ਬਾਣੀ ਹੀ ਤੈਨੂੰ ਸਹਿਜ ਬਖਸ਼ ਸਕਦੀ ਹੈ। ਮਹਾਰਾਜ ਕਹਿੰਦੇ ਨੇ, ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਐ। ਜੇ ਚਾਹੁੰਦਾ ਹੈ ਤ੍ਰਿਸ਼ਨਾ ਦੀ, ਵਿਕਾਰਾਂ ਦੀ ਅੱਗ ਬੁਝੇ, ਤੇ ਸ਼ਬਦ ਦੇ ਛਿੱਟੇ ਮਾਰਿਆ ਕਰ, ਬਾਣੀ ਪੜ੍ਹਿਆ ਕਰ। ਅੱਗੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਤਿਉ ਜੀਵਹਿ ਸਾਕਤ ਨਾਮ ਬਿਸਾਰੀ। ਸਾਕਤ ਦਾ ਭਾਵ ਇਹ ਅਰਬੀ ਦਾ ਲਫ਼ਜ਼ ਹੈ। ਪਰਸ਼ੀਅਨ ਵਿੱਚ, ਫਾਰਸੀ ਵਿੱਚ, ਅਰਬੀ ਵਿੱਚ ਇਹ ਵਰਤਿਆ ਜਾਂਦਾ ਹੈ ਸ਼ਾਕਤ। ਸ਼ਾਕਿਤ ਤੋਂ ਭਾਵ ਹੁੰਦਾ ਹੈ ਜੋ ਡਿੱਗਿਆ ਹੋਇਆ ਹੈ, ਬਹੁਤਾ ਹੀ ਬੁਰਾ ਹੈ। ਭਾਰਤ ਵਰਸ਼ ਵਿੱਚ ਸਾਕਤ ਦਾ ਭਾਵ ਸ਼ਕਤੀ ਦਾ ਉਪਾਸ਼ਕ ਵੀ ਲੈਂਦੇ ਨੇ, ਦੁਰਗਾ ਦੇ ਉਪਾਸ਼ਕ ਨੂੰ ਵੀ ਕਹਿ ਦਿੰਦੇ ਨੇ। ਇੱਕ ਸਾਕਤ ਦਾ ਭਾਵ ਪਤਤ ਵੀ ਹੈ, ਬੁਰਾ ਵੀ ਹੈ। ਵਾਹਿਗੁਰੂ ਤੋਂ ਮੁਨਕਰ ਬੰਦਾ, ਗੁਰੂ ਤੋਂ ਮੁਨਕਰ ਮਨਮੁਖ ਬੰਦਾ, ਈਸ਼ਵਰ ਤੋਂ ਦੂਰ ਹੈ ਜੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਕਤ ਲਫ਼ਜ਼ ਮਨਮੁਖਾਂ ਲਈ ਆਇਆ ਹੈ, ਜੋ ਗੁਰੂ ਦੀ ਅਜ਼ਮਤ ਤੋਂ, ਪਰਮਾਤਮਾ ਤੋਂ ਦੂਰ ਨੇ। ਤੁਸੀਂ ਰੋਜ਼ ਪੜ੍ਹਦੇ ਹੋ, ਨਿਤਨੇਮ ਜਦੋਂ ਕਰਦੇ ਹੋ, ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚਲ ਹੈ ਚੁਭੈ ਦੁਖ ਪਾਵਹਿ, ਜਮਕਾਲ ਸਹਿ ਸਿਰ ਡੰਡਾ ਹੈ। ਸਾਕਤ ਬੰਦਾ ਪਰਮਾਤਮਾ ਦੇ ਨਾਮ ਦਾ ਸਵਾਦ ਚਖਣਾ ਨਹੀਂ ਠੀਕ ਸਮਝਦਾ, ਉਹਨੂੰ ਇਹ ਚੰਗਾ ਨਹੀਂ ਲੱਗਦਾ। ਅਸਲ ਉਹਨਾਂ ਦੇ ਜ਼ਿਹਨ ਵਿੱਚ ਇੱਕ ਕੰਡਾ ਹੈ, ਹੰਗਤਾ ਦਾ, ਮਮਤਾ ਦਾ, ਸੰਸਾਰ ਦਾ ਉਹਨਾਂ ਅੰਦਰ ਪ੍ਰੇਮ ਹੈ। ਸੰਸਾਰ ਨੂੰ ਚਖਣਾ ਉਹ ਠੀਕ ਸਮਝਦੇ ਨੇ, ਨਿਰੰਕਾਰ ਦਾ ਨਾਮ ਉਹਨਾਂ ਨੂੰ ਠੀਕ ਨਹੀਂ ਲੱਗਦਾ। ਜਿਵੇਂ ਜਿਵੇਂ ਉਹ ਚੱਲਦੇ ਨੇ, ਭਾਵ ਉਮਰਾਂ ਬਤੀਤ ਹੁੰਦੀ ਹੈ, ਤਿਵੇਂ ਤਿਵੇਂ ਮਹਾਰਾਜ ਕਹਿੰਦੇ ਨੇ ਸੰਸਾਰ ਵਿੱਚ ਪਕੜੇ ਹੋਏ ਸੰਸਾਰ ਜੋਗੇ ਹੀ ਰਹਿ ਜਾਂਦੇ ਨੇ। ਉਮਰਾਂ ਬੀਤ ਜਾਂਦੀ ਹੈ, ਨਿਰੰਕਾਰ ਤਾਈਂ ਉਹ ਪਹੁੰਚ ਨਹੀਂ ਸਕਦੇ, ਕਿਉਂਕਿ ਨਿਰੰਕਾਰ ਦਾ ਮੋਹ ਕੀਤਾ ਹੀ ਨਹੀਂ, ਫੁਰਨਾ ਬਣਾਇਆ ਹੀ ਨਹੀਂ। ਸੱਚਖੰਡ ਖੁੱਸ ਗਿਆ, ਫਿਰ ਜਮਾਂ ਦੇ ਡੰਡੇ ਸਹਿਣੇ ਪੈ ਗਏ। ਇੱਕ ਵਿਦਵਾਨ ਕਹਿੰਦਾ ਹੈ, ਦਾ ਮੈਸੇਂਜਰ ਆਫ ਡੈਥ ਸਮੈਸ਼ਿਜ਼ ਹਿਸ ਕਲੱਬ ਅਗੇਂਸਟ ਦੇਅਰ ਹੈਡਸ। ਉਹ ਡਾਂਗਾ ਮਾਰਦੇ ਨੇ ਜੰਮ ਉਹਨਾਂ ਦੇ ਸਿਰਾਂ ਵਿੱਚ, ਫਿਰ ਜਿਹੜੇ ਨਾਮ ਤੋਂ ਦੂਰ ਨੇ। ਸੋ ਮਹਾਰਾਜ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮਨਮੁਖ ਦਾ, ਸਾਕਤ ਦਾ ਜੀਵਨ ਸਰਪ ਦੀ ਨਿਆਈ ਹੈ। ਉਹ ਜ਼ਹਿਰ ਉਗਲ ਕੇ ਜੀਵਨ ਬਤੀਤ ਕਰਦਾ ਹੈ, ਤਪਦਾ ਰਹਿੰਦਾ ਹੈ। ਇਹਦੇ ਅੰਦਰ ਈਰਖਾ ਦਾ, ਵਿਕਾਰਾਂ ਦਾ ਜ਼ਹਿਰ ਹੈ, ਇਹਦੇ ਵਿੱਚ ਹੀ ਗਲ ਸੜ ਜਾਂਦਾ ਹੈ। ਨਾਮ ਤੋਂ ਦੂਰ ਬੰਦਾ ਸਰਪ ਵਰਗਾ ਜੀਵਨ ਰੱਖਦਾ ਹੈ। ਏਕ ਨਿਮਖ ਜੋ ਸਿਮਰਨ ਮਹਿ ਜੀਆ। ਨਿਮਖ ਦਾ ਭਾਵ ਹੈ ਉਤਨਾ ਵਕਤ, ਜਿਤਨੇ ਵਕਤ ਵਿੱਚ ਇਹ ਅੱਖਾਂ ਦੀਆਂ ਪਲਕਾਂ ਨੀਚੇ ਡਿੱਗਦੀਆਂ ਨੇ, ਅੱਖ ਝਮਕਦੇ ਆ ਨਾ। ਕਹਿੰਦੇ ਇੱਕ ਨਿਮਖ ਅੱਖ ਝਮਕਣ ਜਿੰਨਾ ਸਮਾਂ ਵੀ ਜਿਹੜੇ ਸਿਮਰਨ ਕਰਦੇ ਨੇ, ਪਰਮਾਤਮਾ ਦਾ ਚਿੰਤਨ ਕਰਦੇ ਨੇ। ਕਬੀਰ ਏਕ ਘੜੀ ਆਦੀ ਘਰੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਕਬੀਰ ਜੀ ਕਹਿੰਦੇ, ਦੇਖ ਇੱਕ ਘੜੀ ਬਹਿ ਸਕਦਾ ਹੈ, ਅੱਧੀ ਘੜੀ ਬਹਿ ਸਕਦਾ ਹੈ, ਅੱਧੀ ਤੋਂ ਅੱਧੀ ਘੜੀ ਬਹਿ ਸਕਦਾ ਹੈ। ਜੇ ਇੰਨਾ ਸਮਾਂ ਵੀ ਨਹੀਂ ਟਿਕਿਆ ਜਾਂਦਾ, ਰੰਚਕ ਮਾਤਰ ਸਮਾਂ ਹੀ ਬੈਠ ਜਾਏ, ਇਹਦਾ ਲਾਭ ਹੀ ਮਿਲੇਗਾ, ਨੁਕਸਾਨ ਨਹੀਂ ਹੈ। ਥੋੜਾ ਬੀਜ ਵੀ ਬੀਜਿਆ ਹੋਵੇ, ਫਸਲ ਤੇ ਪੈਦਾ ਹੁੰਦੀ ਹੈ ਨਾ। ਸਾਨੂੰ ਇਹ ਸਮਝਾਇਆ ਹੈ ਵੀ ਸਮਾਂ ਦਿਆ ਕਰੋ, ਭਜਨ ਕਰਿਆ ਕਰੋ, ਸਿਮਰਨ ਬੰਦਗੀ ਕਰਿਆ ਕਰੋ। 5 ਮਿੰਟ ਤੋਂ ਹੀ ਸ਼ੁਰੂ ਕਰ ਲਓ। 5 ਮਿੰਟ ਤੇ ਆਪਾਂ ਸਾਰੇ ਕੱਢ ਸਕਦੇ ਹਾਂ, ਪਰ ਇੱਕ ਵੱਖਰਾ ਲਹਿਦਾ ਸਮਾਂ ਕੱਢੋ ਪਰਮਾਤਮਾ ਲਈ। ਤੁਰੇ ਫਿਰਦੇ ਤੇ ਰੱਬ ਦਾ ਨਾਮ ਆਪਾਂ ਲੈਂਦੇ ਹਾਂ, ਦੁੱਖ ਦੇ ਵਿੱਚ ਤੇ ਰੱਬ ਯਾਦ ਆਉਂਦਾ ਹੈ,
किरत करदियां भी रब दा नाम लैने आ, चंगी गल है किरत सफली होवे, जीवन सफला होवे, पर विशेष तौर ते समा कढ़ना पैंदा है, चाहे 5 मिनट ही कढ़। जे नहीं विशेष तौर ते समा कढ़ पाउंदे तो फिर मतलब ये हुंदा है भी परमात्मा दी विशेषता ही कोई नहीं है साडे जीवन च। जेदी बख्शी जोत, जेदे बख्शे सवासां दे बल ते हरिया भरिया फिरदा है, किरत करदा है, हथ पैर चलदे ने, बुरकी कमाउण ते मूँह च पाउण जोगा होया है, ये साग संबंधी मित्र सज्जन भोग रहा है, वो हुणे सवास खिच लवे ते पल्ले की है तेरे, नानक ढेरी शार की भी फिर होई शार, मिट्टी हो जावेगा। उहदे लई विशेष तौर ते समा ही नहीं बंदा कढ़दा। ते जे तेरे कोल उहदे लई समा नहीं है तो उन्हें भी सारी दुनिया पालनी है, उहदे कोल तेरे लई भी समा है नहीं है। ਆਪਾਂ कई बार कहने ਹੁੰਨੇ ना, प्रेम ਉੱਥੇ ਬਣਿਆ ਰਹਿੰਦਾ है ਜਿਹਨੂੰ ਤੁਸੀਂ ਸਮਾਂ ਦਿੰਦੇ ਹੋ। ਜਿਹਦੇ ਲਈ ਤੁਹਾਡੇ ਕੋਲ ਸਮਾਂ ਨਹੀਂ, ਅਗਲੇ ਕੋਲ ਵੀ ਤੁਹਾਡੇ ਲਈ ਸਮਾਂ ਨਹੀਂ। ਇਦਾਂ ਦੀ ਹੀ ਖੇਡ ਪਰਮਾਤਮਾ ਦੀ ਦੁਨੀਆ ਵਿੱਚ ਚੱਲਦੀ ਹੈ। ਸਮਾਂ ਕੱਢੋਗੇ ਤੇ ਨਜ਼ਰੋਂ ਨਜ਼ਰ ਨਿਹਾਲ ਕਰੇਗਾ, ਸਮਾਂ ਨਹੀਂ ਕੱਢੋਗੇ ਤੇ ਧੱਕੇ ਖਾਂਦੇ ਫਿਰੋਗੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਸੋ ਮਹਾਰਾਜ ਕਹਿੰਦੇ ਨੇ ਇੱਕ ਪਲ ਵੀ ਜਿਹੜਾ ਉਹਦੀ ਯਾਦ ਵਿੱਚ ਟਿਕ ਗਿਆ, ਚੌਂਕੜਾ ਲਾ ਲਿਆ। ਕੋਟ ਦਿਨ ਸੋ ਲਾਖ ਸਦਾ ਥਿਰ ਥੀਆ। ਮਹਾਰਾਜ ਕਹਿੰਦੇ ਨੇ ਇਉਂ ਸਮਝ ਲਓ, ਕੋਟ ਤੋਂ ਭਾਵ ਹੈ ਕਰੋੜਾਂ ਬਰਸ। ਥਿਰ ਦਾ ਮਤਲਬ ਹੈ ਕਾਇਮ ਹੋਣਾ, ਠਹਿਰ ਜਾਣਾ, ਟਿਕ ਜਾਣਾ। ਉਹ ਇਨਸਾਨ ਕਰੋੜਾਂ ਵਰਿਆਂ ਲਈ ਦੁਨੀਆ ਤੇ ठहर गया, थिरता मिल गई, शरीर करके नहीं, नाम करके। वेखो मनमुख भी मरदा है, गुरमुख भी मरेगा। मनमुख शरीर करके भी मर गया, नाम भी मिट गया। गुरमुख शरीर करके मिटिया, नाम अमर हो गया। बाबा बुढ़ा जी अमर ने, भाई गुरदास जी अमर ने, बाबा विधि चंद जी अमर ने, भगत रविदास जी अमर ने, भगत सैन जी, कबीर जी, फरीद जी, सारे अमर ने। मनमुख मिटदे ने। बाणी कहती है थिर पार ब्रह्म परमेश्वरो सेवक थिर होसी। परमात्मा थिर है, सदा रहिंदा है। जेड़े उहदे सेवक बन गए, उहदे गीत गाउंदे ने, वो भी थिर हो गए। बाकी कहंदे जो दीसै सो विनसना, सब बिनस बिनासी। बाकी सब मिटन वाले ने, शरीर करके भी ते नाम करके भी। सो सिमरन नाल बंदा अमरा पद पाउंदा है। एक निमख लई जुड़ जाओ, हौली हौली आनंद आउण लग पिया ते फिर सदा ही निरंकार दी याद विच सुरती जुड़ जावेगी। महाराज अगे हुक्म करदे ने, रहाओ बिन सिमरन त्रिग कर्म करास। बिना परमात्मा दे सिमरन तो, परमात्मा दी भगती तो जितने भी कर्म करदा है, त्रिकार है उन्हां कर्मां ते, फिटकार है। कहंदे ये कर्म सफले नहीं, ये कीते हुए कर्म अजाई चले जाणगे। सारी खेड़ भावना ते टिकी है। देख तू तीर्थ ते जाना है, कई बार ये विखावे मात्र हुंदा है, गिणती वधाउण लई भी मैं तीर्थ ते गया है। कोई मुसलमान हज करन जांदा है, मैं हाजी अखवा सकां। तुसी मंदिर मस्जिद गुरुद्वारे सेवा करो, पाठ करो, किधरे तीर्थ नाओ। जे कर्म दे विच परमात्मा दे प्रति भावना नहीं है, केवल दिखावे मात्र बल्ले बल्ले करवाउण लई ये कर्म करदे हो, ते कहिंदे ये कर्म सफले नहीं। ये तो वो गल होई भी जंज चली गई ते लाड़े नूं छड्ड ही गए, ते लाड़े बिना जंज दी की हस्ती है, कुछ भी नहीं। तुहाडे कर्म धर्म इदां ने जिद्दां लाड़े तो बिना जंज है। लाड़ा जरूरी है, प्रेम जरूरी है, भावना जरूरी है, सिमरन जरूरी है। कहते त्रिकार है उन्हां कर्मां ते जिन्हां कर्मां विच द्वैश छिपी हुई है।
ਵਡਿਆਈ ਦੀ ਭਾਵਨਾ ਛਿਪੀ ਹੋਈ ਹੈ, ਉਸਤਤੀ ਦੀ ਭਾਵਨਾ ਪ੍ਰਗਟ ਹੈ। ਪਰਮਾਤਮਾ ਦਾ ਪ੍ਰੇਮ ਨਹੀਂ ਹੈ। ਪ੍ਰੇਮ ਕਰਕੇ ਅਸੀਂ ਉਹਦੇ ਦਰ ਤੇ ਨਹੀਂ ਆਉਂਦੇ। ਹੋਰ ਮੰਗਾਂ ਲੈ ਕੇ, ਦਵੈਸ਼ ਲੈ ਕੇ ਅਸੀਂ ਉਹਦੇ ਦਰ ਤੇ ਦੌੜੇ ਫਿਰਦੇ ਹਾਂ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਈ ਜਗ੍ਹਾ ਇਹ ਸਾਨੂੰ ਸਮਝਾਉਂਦੇ ਨੇ, ਮਨਮੁਖ ਕੀ ਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ। ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਮਨਮੁਖ ਬੰਦਾ ਸਮਕ ਤਪਦਾ ਰਹਿੰਦਾ ਹੈ। ਉਹਦੇ ਕਿਸੇ ਕਾਰੇ ਵਿੱਚ ਕੀਤੇ ਹੋਏ ਕਰਮ ਜਿਹੜੇ ਨੇ ਨਾ ਨਹੀਂ ਆਉਂਦੇ। ਮਹਾਰਾਜ ਕਹਿੰਦੇ ਨੇ, ਕਾਇਆ ਨਗਰ ਤਹੈ ਤਹਿ ਢੇਰੀ, ਬਿਨ ਸ਼ਬਦੈ ਚੂਕੈ ਨਹੀਂ, ਫੇਰੀ ਸਰੀਰ ਮਿਟ ਜਾਣਾ। ਨਾਮ ਦੇ ਅਭਿਆਸ ਤੋਂ ਬਿਨਾਂ ਨਜ਼ਾਤ ਨਹੀਂ ਮਿਲਣੀ। ਸੋ ਕੀਤੇ ਹੋਏ ਕਰਮ ਅਜਾਈਂ ਚਲੇ ਜਾਣੇ ਨੇ, ਇਹ ਕਿਸੇ ਕੰਮ ਨਹੀਂ ਆਉਣੇ, ਕਾਰੇ ਨਹੀਂ ਆਉਣੇ। ਕਾਗ ਬਤਨ ਬਿਸ਼ਟਾ ਮਹਿ ਵਾਸ, ਕਾਗ ਕਿਹਾ ਜਾਂਦਾ ਹੈ ਕਊਏ ਨੂੰ, ਤੇ ਬਤਨ ਤੋਂ ਭਾਵ ਹੁੰਦਾ ਹੈ ਵਦਨ, ਮੁਖ। ਵਦਨ ਨੂੰ ਇੱਥੇ ਬਤਨ ਕਰਕੇ ਲਿਖਿਆ ਗਿਆ ਹੈ, ਕਿਉਂਕਿ ਇੱਕ ਭਾਸ਼ਾ ਦਾ ਲਫ਼ਜ਼ ਦੂਜੀ ਭਾਸ਼ਾ ਵਿੱਚ ਜਦੋਂ ਉਚਾਰਿਆ ਜਾਂਦਾ ਹੈ, ਉਹਦਾ ਉਚਾਰਨ ਜਿਹੜਾ ਹੈ, ਪ੍ਰੋਨਾਊਂਸੀਏਸ਼ਨ ਉਹਦੀ ਬਦਲ ਜਾਂਦੀ ਹੈ। ਅੱਛਾ, ਜੇ ਅਰਬੀ ਦੇ ਵਿੱਚ ਤੁਸੀਂ ਬਤਨ ਦਾ ਅਰਥ ਪੜ੍ਹੋ ਤੇ ਢਿੱਡ ਨੂੰ ਕਹਿੰਦੇ ਨੇ। ਇਹ ਹਰ ਲੈਂਗੁਏਜ ਦਾ ਅਰਥ ਲੈ ਲਓ, ਇਸ ਪੰਕਤੀ ਤੇ ਢੁਕ ਰਿਹਾ ਹੈ। ਕਊਏ ਦਾ ਸੁਭਾਅ ਹੈ ਆਪਣੇ ਵਦਨ ਨੂੰ, ਮੁਖ ਨੂੰ ਗੰਦਗੀ ਵਿੱਚ ਹੀ ਪਾ ਕੇ ਰੱਖੇਗਾ। ਜੇ ਪਰਸ਼ੀਅਨ 'ਚ ਅਰਥ ਲਓ ਅਰਬੀ ਵਿੱਚ, ਤੇ ਫਿਰ ਵੀ ਇਉਂ ਅਰਥ ਲੱਗਦਾ ਹੈ ਵੀ ਕਊਆ ਜਦੋਂ ਗੰਦਗੀ ਖਾਂਦਾ ਹੈ ਤੇ ਉਹ ਆਪਣਾ ਜਿਹੜਾ ਢਿੱਡ ਹੈ, ਬਤਨ ਹੈ, ਪੇਟ ਹੈ, ਗੰਦਗੀ ਨਾਲ ਹੀ ਭਰ ਕੇ ਰੱਖਦਾ ਹੈ। ਕਊਏ ਦਾ ਇਹ ਸੁਭਾਅ ਹੈ। ਕਊਆ ਖੁਸ਼ਬੂਦਾਰ ਸਾਫ ਸੁਥਰੀਆਂ ਵਸਤੂਆਂ ਨਹੀਂ ਜੇ ਖਾਂਦਾ, ਉਹਨੂੰ ਇਹ ਪਾਉਂਦੀਆਂ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗੰਦਗੀ ਵਿੱਚ ਮੂੰਹ ਮਾਰਦਾ ਹੈ ਕਊਆ, ਕਾਗ ਕਉ ਅੰਮ੍ਰਿਤ ਰਸ ਪਾਈਐ, ਤ੍ਰਿਪਤ ਵਿਸ਼ਟਾ ਖਾਏ ਮੁਖ ਗੋਹੈ, ਦੁਰਮਤ ਭਾਗਹੀਨ ਮਤ ਫੀਕੇ, ਨਾਮ ਸੁਨਤ ਆਵੈ ਮਨ ਰੋਹੈ। ਕਹਿੰਦੇ ਜਿਹੜਾ ਕਾਂ ਹੈ ਨਾ, ਉਹਨੂੰ ਅੰਮ੍ਰਿਤ ਵਰਗੇ ਮਿੱਠੇ ਪਦਾਰਥ ਵੀ ਪਾ ਦਿਓ ਖਾਣ ਦੇ ਲਈ, ਉਹ ਖਾਵੇਗਾ ਨਹੀਂ। ਉਹਨੇ ਵਿਸ਼ਟਾ 'ਚ ਗੰਦਗੀ ਵਿੱਚ ਰੂੜੀਆਂ ਤੇ ਚੁੰਝ ਮਾਰਨੀ ਹੈ। ਇੱਦਾਂ ਹੀ ਜਿਹੜੇ ਮਨਮੁਖ ਨੇ, ਸਾਖਤ ਨੇ, ਦੁਰਮਤੀਏ ਨੇ, ਜਦੋਂ ਉਹਨਾਂ ਨੂੰ ਨਾਮ ਜਪਣ ਲਈ ਕਿਹਾ ਜਾਂਦਾ ਹੈ ਤੇ ਅੱਗੋਂ ਸਗੋਂ ਗੁੱਸਾ ਕਰਦੇ ਨੇ, ਕ੍ਰੋਧ ਕਰਦੇ ਨੇ, ਗੰਦੇ ਮੰਦੇ ਗੀਤ ਬੜੀ ਖੁਸ਼ੀ ਨਾਲ ਗਾਉਂਦੇ ਨੇ, ਗਾਲੀ ਗਲੋਚ ਬੜੀ ਖੁਸ਼ੀ ਨਾਲ ਕਰਦੇ ਨੇ। ਸੋ ਮਹਾਰਾਜ ਪਾਤਸ਼ਾਹ ਕਹਿੰਦੇ, ਮਨਮੁਖਾਂ ਨੂੰ ਨਾਮ ਨਹੀਂ ਪਾਉਂਦਾ, ਉਹਨਾਂ ਦਾ ਜੀਵਨ ਵਿਸ਼ਟਾ ਵਿੱਚ, ਵਿਕਾਰਾਂ ਵਿੱਚ, ਕਾਮ ਕ੍ਰੋਧ ਵਿੱਚ ਗੁਜ਼ਰ ਗਿਆ, ਜਿਵੇਂ ਕਊਏ ਦਾ ਗੁਜ਼ਰਦਾ ਹੈ। ਬਿਨ ਸਿਮਰਨ ਭਏ ਕੂਕਰ ਕਾਮ, ਬਿਨਾ ਪਰਮਾਤਮਾ ਦੇ ਭਜਨ ਤੋਂ ਬੰਦੇ ਦਾ ਕਰਮ ਕੁੱਤਿਆਂ ਵਰਗਾ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੱਤਾਂ ਚਾਹੇ ਦੋ ਮਿਲ ਗਈਆਂ ਬੰਦੇ ਵਾਲੀਆਂ, ਕਰਤੂਤ ਸਾਰੀ ਚੌਪਾਇਆਂ ਵਾਲੀ ਹੈ। ਉਹਦਾ ਇੱਕ ਕਾਰਨ ਵੀ ਹੈ, ਕਿਉਂਕਿ 84 ਲੱਖ ਜੂਨ ਵਿੱਚ ਜ਼ਿਆਦਾ ਹੈ ਪਸ਼ੂ ਪ੍ਰੇਤ ਹੀ ਬਣ ਕੇ ਰਿਹਾ ਹੈ, ਮਨੁੱਖਾ ਜਾਮਾ ਤੇ ਹੁਣ ਮਿਲਿਆ ਹੈ। ਤੋ ਆਦਤਾਂ ਪੱਕੀਆਂ ਹੋਈਆਂ ਨੇ। ਮਨ ਥੋੜ੍ਹਾ ਮਰਿਆ ਸੀ, ਸੂਖਸ਼ਮ ਸਰੀਰ ਥੋੜ੍ਹਾ ਮਰਿਆ ਸੀ, ਸਰੀਰ ਇਹਨੇ ਹੋਰ ਸਥੂਲ ਧਾਰ ਲਿਆ, ਪਸ਼ੂ ਤੋਂ ਬੰਦਾ ਬਣ ਗਿਆ। ਤੁਸੀਂ ਰੋਜ਼ ਤੇ ਪੜ੍ਹਦੇ ਹੋ, 184 ਜੋਨ ਪਰਮਾਇਆ। 84 ਲੱਖ ਜੂਨਾਂ ਵਿੱਚ ਆਹੀ ਕੁਝ ਬਣਦਾ ਰਿਹਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਜ਼ਮੀਨ ਕੁਰੰਗਾ, ਕਈ ਜਨਮ ਹੈਵਰ ਬ੍ਰਿਖ ਜੋਇਓ। ਕਿਧਰੇ ਘੋੜਾ ਬਣਿਆ, ਕਿਧਰੇ ਬਲਦ ਬਣਿਆ, ਹਾਥੀ ਬਣਿਆ, ਕੁੱਤਾ ਬਣਿਆ, ਸ਼ੂਕਰ ਬਣਿਆ, ਕੂਕਰ ਬਣਿਆ। ਉਹ ਆਦਤਾਂ ਨਹੀਂ ਬਦਲੀਆਂ।
दीन दुनिया दे मालक गुरु ग्रंथ साहिब कहंदे ने सारे कर्म इहदे कूकरां वाले ने। जे ये भजन नहीं करदा, बंदगी नहीं करदा, इनू जून भी कूकरां वाली मिलेगी। एक जगह होर बाणी विच आउंदा, बिन सिमरन कूकर हरकाया, साकत लोभी बंद ना पाया। बिना सिमरन तो बंदे दा जीवन इदां दा जिवें हलकिया कुत्ता आवे। कुत्ते नूं हड़क हो जाए तो वह की करता है? अपणियां नूं वढदा है ना, दूजिआं नूं ते वढेगा ही। जिन्ना पालिया उन्हां नूं भी वढ लैंदा है। तां ही ते लोग टीका लवा दिंदे ने, मार मूर दिंदे ने भी वढ ना लवे। महाराज कहंदे ने लोभ विच बंदा हलक जांदा है, अपणियां नूं ही वढण लग पैंदा। रोज़ अखबारां विच ते तुसीं पढ़दे हो, फरजंद ने बाप का गला घुट दिता भी वसी बापू ने लिखती है जल्दी नाल मेरे नाम हो जाए कारोबार। बापू गलों लथेगा तो होवेगा ना। भैन ने भाई मिटा दिता, भैन ने एक कर्म कर लिया, ये माया की खातर भाई ने भैन मिटा दी। बड़ा कुछ चलता है, रोज़ अखबारां पढ़ते हो तुसीं, कई कुछ लिखिया आउंदा है। ये बंदा हलकिया ही हुंदा है, फिर लोभ दे विच सब नूं वढेगा पैसे की खातर, पैसा खोण लई, मुरदार खाण लई। अगे महाराज दीन दुनिया दे मालक कहंदे ने साकत बेसुआ पूत निनाम। जेड़ा साकत बंदा है, परमात्मा तो मुनकर बंदा है, जिसने गुरु मुरशद नहीं तारिया। कहंदे ओ इउं समझो वो डिग्या होया इंसान, वाहिगुरू तो बेमुख इंसान, परमात्मा रूपी बाप तो हीणा है। जिवें वेसवा दे बच्चे दा कोई एक बाप नहीं हुंदा। बेसुआ वैश्या लफ्ज़ लई आया है। जदों देश भाषा तुसीं वरतदे हो तो उत्थे बेसुआ कह दिता जाता है। पैसे दे पिछे अपना तन वेचण वाली औरत। निनाम ने नाम, बिना नाम तो, जिहदे बाप दा कोई नाम नहीं है। हुण वेसवा दा कईयां संग कीता हुंदा है, देवनेत नाल बच्चा हो जावे ते कौन नाम दवे? कोई नहीं नाम दिंदा। महाराज कहंदे ने ज्यों बेसवा के घर पूत जमत है, तिस नाम परयो है त्रकटी, हर के नाम बिना सुंदर है नकटी। महाराज कहंदे ने वेसवा दे जम्मिया काका जिन्ना चाहे सुंदर होवे, उन्हों त्रकटी ही लोग कहंदे ने। कट्टी हुई धिर वाला, जिहदी एक धिर ही है नहीं, जिहदा बाप ही है नहीं है, उहदे लई ऐसे लफ्ज़ वरते जांदे ने। सो दीन दुनिया दे मालक कहंदे परमात्मा दे नाम तो बिना ये सुंदर देही भी जिहड़ी है विकारां करके बद शक्ल है, ये परमात्मा दे दर ते प्रवान नहीं है। जिहदा खसम ही कोई नहीं, जिहदा मालक ही कोई नहीं, जिहदा बाप ही कोई नहीं, जिहदा आगू ही कोई नहीं, वो वेसवा दा पोती समझिओ, जिन्हें गुरु मुरशद नहीं तारिया, जिन्हें परमात्मा नूं सिर दा साईं नहीं समझिया। अगे कहंदे ने महाराज बिन सिमरन जैसे सीग सितारा। बिना भजन तो सिमरन तो बंदा उस भेडू दे सिंगां वर्गा व्यर्थ है। भेडू दे ना छोटे छोटे सिंग हुंदे ने, जिन्हों शतारा भी कह दिंदे आ, मीडा भी कह दिंदे आ। वो किसे कारे नहीं आउंदे सिंग, बड़े छोटे ने, ना उन्हां दा कोई हथियार बनिया, ना वो किसी दवाई विच पए। जिवें 12 सिंगे दे सिंग कई जगह वरत ले जाते ने, जिहड़े हॉर्नस ने उन्हां नूं वरत लिया जाता है। एक उदाहरण लई है पातशाह ने भी भेडू दे सिंग किसी काम नहीं हुंदे, वो बंदा शतारे दे सिंगां वर्गा ही व्यर्थ है, किसी काम नहीं है। भाई साहब भाई नंद लाल ने फारसी विच अपनी गज़ल राही सानू ये समझाया है, वाइबर नफसे,
के बेहूदे गुजश्त अलगयास अज गफल ते माँ अलगयास। फारसी दे बोल ने महापुरुष भाई नंद लाल गुरु गोबिंद सिंह जी दे हजूरी कवि सानू समझाउंदे ने परमात्मा दे नाम भजन तो बिना कोई भी जेड़ा साह है जीवन है वो व्यर्थ है, वो अजाई है, किसे कारे नहीं आवेगा। वो मैनू अफसोस है हर उस साह उत्ते जेड़ा अजाई गुजर गया। देखो महापुरुषों की अवस्था एक साह भी परमात्मा की याद तो बिना गुजरे तो कहते व्यर्थ हो गई है खेड़ सारी। इन्ना प्रेम करते ने परमात्मा नाल, गफलत है, दुहाई है उस सवास वलों। खैर वो सितारे दे सिंगां वांगू बंदा व्यर्थ है जिहड़ा भजन नहीं करता। अगे कहते ने बोल है कूर साकत मुख कारा। साकत बंदा सारा जीवन कूड़ बोलेगा, झूठ बोलेगा, अणहोइयां गल्लां करेगा। इस दुनिया विच भी मूँह काला ते परलोक विच भी नरकी सुटिया जांदा है। परलोक विच भी उहदा कोई अदब नहीं है, बदखोई ही हुंदी है उहदी, मूँह काला ही उहदा कीता जांदा है। इस गल नूं जहन विच टिका लो। वैसे तो आप रोज़ कई झूठ मारते हैं। महाराज पातशाह कहते झूठ उन्होंने पाउंदा नहीं है। और यह भी है भी जे साकत बंदा झूठ मारे जिहड़ा रब दी होण तो मुनकर है, उन्होंने गुनाह भी दूना हो जाता है। हजे नेक नामी बंदा झूठ मारे, नाम जपण वाला मारे, वो रोज़ नाम जपदा है, किधरे ना किधरे पाप पुन तुल हो गए, परमात्मा का नाम उहदे गुनाह कट देवेगा। साकत ते नाम ही नहीं जपदा, उहदे अगे डुबिया है। कूड़ बोलण दे नाल होर गहरा धस जावेगा नरकां विच। नाम विसारिया सब कूड़ो कूर, माया मगन परम पद दूर। जिहड़े नाम विसार के कूड़ दे आसरे ने, झूठ दे आसरे ने, परम पदवी तो दूर ने, मुक्ति तो दूर ने, निजात नहीं मिलेगी, रोग सोग नहीं मिटणगे। भगती भाए विहूणिया मूँह काला पत खोए, जिन्नी नाम विसारिया अवगण मुठी रोए। हे भगती तो हीणे साकत बंदे, कूड़ बोलन वाले, पत जांदी रहनी है दुनिया तो भी, लोक लानतां पाउणगे। परलोक विच भी कोई पत नहीं मिलेगी, इज्जत नहीं मिलेगी। अवगणा दा ठगिया दुनिया तो कहते चलिया जावेगा। अगे गुरु अर्जन साहिब कहते ने बिन सिमरन गर तबकी न्याई। गर तब लफ्ज़ वरतिया जाता है गधे लई। महाराज कहते ने सिमरन तो बिना बंदे दा जीवन गधे वर्गा है। मलीन जीवन बंदा गुजारदा है। जिवें खोते दा सुभाव हुंदा है ना, नवा भी दो तो सुभाव मिट्टी विच ही लेटे मारेगा, टीटने मारेगा। कहते साकत बंदे नूं नाम दा उपदेश भी दिओ, नाम दा चंदन भी लाओ, किथे टिकदा इन्हें जाके लिटना विकारां विच ही है। काम क्रोध लोह मोह हंकार विच ही जीवन बतीत करना है। इहदा सुभाव बनिया है। जिवें बाणी चाहुंदा है ना, सूकर स्वान गर तब मंजारा, पशु मलेश नीच चंडाला, गुरते मुहों फेरे तिन जोन पवाइया, बंधन बाधिया आइया जाइया। निरा मनुखा जामा ही नहीं, इन्हें गधे वांगू बतीत किया। कहते इनू जूना भी ऐसिया ही मिलियां। ये सूकर बन गया, सूर बन गया, किधरे ये स्वान बन गया, किधरे ये गधा बन गया, पशु बनया, मलेश बनया, नीच चंडाल बनया। ये किन्ना नूं जूना मिलियां जिन्ना परमात्मा तो मुनकर होना कीता, गुरु वल्लों जिन्हां ने मूँह फेरे ने। एक इंग्लिश का टीकाकार कहता है बाउंड इन बॉन्डेज ही कम्स एंड गोज, देयर आर मैनी मिलियंस ऑफ रीइनकारनेशंस
ਕਰੋੜਾਂ ਜੂਨਾਂ ਐਸੇ ਲੋਕਾਂ ਲਈ ਬਣੀਆਂ ਨੇ ਜਿਹੜੇ ਪਰਮੇਸ਼ਰ ਤੋਂ ਦੂਰ ਨੇ। ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸਾਕਤ ਥਾਨ ਭ੍ਰਿਸ਼ਟ ਫੇਰਾਹੀ, ਪਰਮਾਤਮਾ ਨਾਲੋਂ ਟੁੱਟਿਆ ਹੋਇਆ ਬੰਦਾ ਭ੍ਰਿਸ਼ਟ ਥਾਵਾਂ ਤੇ ਗੰਦੇ ਥਾਈਂ ਫਿਰਦਾ ਹੈ। ਕੋਠਿਆਂ ਤੇ ਵੇਸਵਾ ਕੋਲ ਦੌੜਿਆ ਫਿਰੇਗਾ, ਵਿਕਾਰਾਂ ਵਿੱਚ ਦੌੜਿਆ ਫਿਰੇਗਾ, ਨਸ਼ੇ ਪੱਤੇ ਵਿੱਚ ਜਕੜਿਆ ਰਵੇਗਾ, ਡਿੱਗਿਆ ਰਵੇਗਾ। ਭ੍ਰਿਸ਼ਟ ਦਾ ਮਤਲਬ ਤੁਸੀਂ ਸਾਰੇ ਸਮਝਦੇ ਹੋ, ਉਹ ਇਨਸਾਨ ਜਿਹੜਾ ਪਤਿਤ ਹੋ ਗਿਆ, ਜਿਹੜਾ ਡਿੱਗ ਪਿਆ ਹੈ, ਜਿਹੜਾ ਬੁਰੇ ਕਰਮ ਕਰਨ ਲੱਗ ਪਿਆ, ਜਿਹਦੇ ਕੋਲ ਸਤ ਸੰਤੋਖ ਦਇਆ ਧਰਮ ਚੰਗੇ ਗੁਣ ਹੈ ਨਹੀਂ, ਮੈਲੀ ਵਾਸ਼ਨਾ ਵਾਲਾ ਮੈਲੀ ਜਗ੍ਹਾ ਤੇ ਜਾਵੇਗਾ, ਚੰਗੇ ਬੰਨੇ ਉਹਦਾ ਕਦਮ ਜਿਹੜਾ ਹੈ ਉਹ ਨਹੀਂ ਚੱਲਦਾ, ਉਹਦੇ ਅੰਦਰ ਮੈਲ ਇਤਨੀ ਹੈ। ਸੋ ਮਹਾਰਾਜ ਪਾਤਸ਼ਾਹ ਅੱਗੇ ਸਮਝਾਉਂਦੇ ਨੇ, ਬਿਨ ਸਿਮਰਨ ਕੂਕਰ ਹਰ ਕਾਇਆ, ਪਰਮਾਤਮਾ ਦੇ ਸਿਮਰਨ ਤੋਂ ਖੁੰਝਿਆ ਬੰਦਾ ਕੂਕਰ ਦੀ ਨਿਆਈ, ਹਲਕੇ ਕੁੱਤੇ ਦੀ ਨਿਆਈ ਇੱਧਰ ਉੱਧਰ ਮੂੰਹ ਮਾਰਦਾ ਫਿਰਦਾ ਹੈ। ਜਿਵੇਂ ਅੱਡਾ ਰੋੜੀ ਤੇ ਤੁਰੇ ਫਿਰਦੇ ਨੇ ਕੁੱਤੇ, ਦੌੜਿਆ ਫਿਰਦਾ। ਤੇ ਕੁੱਤੇ ਦਾ ਕੀ ਸੁਭਾਅ ਹੈ? ਹੱਡੀ ਖੋਹਣ ਪੈਣਾ ਅਗਲੇ ਤੋਂ ਵੀ। ਬੰਦਾ ਆਪਣਾ ਹੱਕ ਖਾ ਕੇ ਫਿਰ ਮੁਰਦਾਰ ਲਈ ਦੌੜਦਾ ਹੈ, ਦੂਜੇ ਦੀ ਮਾਇਆ, ਦੂਜੇ ਦੀ ਦੌਲਤ ਖੋਹਣ ਪੈਂਦਾ ਹੈ, ਦੂਜੇ ਦੀ ਇਸਤਰੀ ਖੋਹਣ ਪੈਂਦਾ ਹੈ। ਸੋ ਮਹਾਰਾਜ ਕਹਿੰਦੇ ਨੇ, ਐਸੇ ਜਿਹੜੇ ਸਾਕਤ ਲੋਕ ਨੇ, ਸਾਕਤ ਲੋਭੀ ਬੰਦ ਨਾ ਪਾਇਆ। ਸਾਕਤ ਬੰਦੇ ਨੇ ਵਿਕਾਰਾਂ ਨੂੰ ਕਾਬੂ ਵਿੱਚ ਨਾ ਕੀਤਾ, ਇੰਦਰੀਆਂ ਨੂੰ ਕਾਬੂ 'ਚ ਨਾ ਕੀਤਾ, ਮਨ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ, ਬੁਰੇ ਪਾਸੇ ਹੀ ਇੰਦਰੇ ਦੌੜਦੇ ਰਹੇ। ਸੋ ਮਹਾਰਾਜ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ, ਤ੍ਰਿਸ਼ਨਾ ਵੱਲੋਂ ਇਹਨੇ ਕਦੇ ਮਨ ਨੂੰ ਰੋਕਿਆ ਹੀ ਨਹੀਂ ਹੈ, ਚੰਗੇ ਬੰਨੇ ਕਦੇ ਮਨ ਨੂੰ ਲਾਇਆ ਹੀ ਨਹੀਂ ਹੈ। ਚੰਗਿਆਂ ਦੀ ਸੰਗਤ 'ਚ ਬਹਿੰਦਾ ਤੇ ਅਸਰ ਹੋ ਹੀ ਜਾਣਾ ਸੀ ਨਾ। ਊਤਮ ਸੰਗਤ ਊਤਮ ਹੋਵੇ, ਉੱਚਿਆਂ ਦੀ ਸੰਗਤ ਉੱਚੇ ਕਰ ਦਿੰਦੀ ਹੈ। ਅੱਗੇ ਪਾਤਸ਼ਾਹ ਆਖਣ ਲੱਗੇ, ਬਿਨ ਸਿਮਰਨ ਹੈ ਆਤਮ ਘਾਤੀ, ਪਰਮਾਤਮਾ ਨਾਲੋਂ ਟੁੱਟਾ ਹੋਇਆ ਬੰਦਾ ਆਤਮ ਘਾਤੀ ਹੈ, ਆਤਮਕ ਮੌਤ ਸਹੇੜਦਾ ਹੈ। ਗੁਰਮੁਖਾਂ ਵਾਲੇ ਜੀਵਨ ਵੱਲੋਂ ਉਹ ਮੁਨਕਰ ਰਹਿੰਦਾ ਹੈ। ਆਤਮ ਘਾਤੀ ਬੰਦਾ ਜਿਹੜਾ ਹੁੰਦਾ ਹੈ ਨਾ, ਆਪਾਂ ਕਹਿ ਦਿੰਦੇ ਹਾਂ ਖੁਦਕੁਸ਼ੀ ਕਰਨ ਵਾਲਾ, ਆਪਣੇ ਜੀਵਨ ਦੀ ਖੁਸ਼ੀ ਤਿਆਗ ਕੇ ਆਪਣੇ ਆਪ ਨੂੰ ਮਾਰ ਸੁੱਟਣ ਵਾਲਾ, ਏਡੇ ਮਹਾਨ ਮਨੁੱਖੇ ਜਾਮੇ ਨੂੰ ਮਿਟਾਉਣ ਵਾਲਾ, ਜੀਵਨ ਤੋਂ ਹਾਰ ਮੰਨਣ ਵਾਲਾ। ਮਹਾਰਾਜ ਕਹਿੰਦੇ, ਕਿਰਪਾ ਨਿਧ ਛੋੜ ਆਨ ਕੋ ਪੂਜਾ ਹੈ, ਆਤਮ ਘਾਤੀ ਹਰਤੇ। ਕਹਿੰਦੇ ਆਤਮ ਘਾਤੀ ਉਹ ਹੈ ਜਿਹੜਾ ਪਰਮਾਤਮਾ ਨੂੰ ਛੱਡ ਦਿੰਦਾ, ਦਵੈਸ਼ ਵਿੱਚ ਲੱਗਾ ਹੈ। ਹੁਣ ਜਦੋਂ ਤੁਹਾਨੂੰ ਪਤਾ ਹੈ ਵੀ ਇੱਧਰ ਖੂਹ ਹੈ, ਇੱਧਰ ਨਹੀਂ ਅਸੀਂ ਜਾਣਾ, ਦੂਸਰੀ ਤਰਫ ਜਾਣਾ ਹੈ, ਚੰਗੇ ਕਰਮ ਕਰਨੇ ਨੇ, ਤੇ ਜੇ ਫਿਰ ਮੰਦੇ ਕਰੋ, ਕਾਮ ਕ੍ਰੋਧ ਵਿੱਚ ਪਏ ਰਹੋ, ਤੇ ਫਿਰ ਆਤਮ ਘਾਤੀ ਹੋ ਗਏ ਨਾ, ਆਪਣੇ ਜੀਵਨ ਨੂੰ ਆਪ ਨਸ਼ਟ ਕਰ ਰਹੇ ਹੋ। ਸੋ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ, ਐਸਾ ਇਨਸਾਨ ਆਪਣੀ ਆਤਮਾ ਦਾ ਘਾਤ ਕਰ ਰਿਹਾ ਹੈ, ਵਿਕਾਰਾਂ ਵਿੱਚ ਆਤਮਾ ਦਾ ਖੁਰਾ ਖੋਜ ਮਿਟਾ ਰਿਹਾ ਹੈ, ਆਪਣੀ ਆਤਮਾ ਨੂੰ ਜਾਣ ਬੁੱਝ ਕੇ ਨਰਕਾਂ ਵਿੱਚ ਫੰਸਾ ਰਿਹਾ ਹੈ, ਇਹ ਚੰਗੇ ਕਰਮ ਨਹੀਂ ਕਰਦਾ। ਕਹਿੰਦੇ ਨੇ ਅੱਗੇ ਪਾਤਸ਼ਾਹ, ਸਾਕਤ ਨੀਚ ਤਿਸ ਕੁਲ ਨਹੀਂ ਜਾਤੀ। ਜਿਹੜਾ ਸਾਕਤ ਬੰਦਾ ਹੈ ਨਾ, ਭਾਵੇਂ ਵਰਣ ਵੰਡ ਅਨੁਸਾਰ ਉੱਚੀ ਕੁੱਲ ਵਿੱਚ ਕਿਉਂ ਨਾ ਪੈਦਾ ਹੋਇਆ ਹੋਵੇ, ਉਹ ਉੱਤਮ ਕੁੱਲ ਵਾਲਾ ਜਾਣਿਆ ਹੀ ਨਹੀਂ ਜਾ ਸਕਦਾ। ਦੇਖੋ, ਸਿੱਖ ਧਰਮ ਨੇ ਜਾਤ ਪਾਤ ਵਰਣ ਵੰਡ ਕਰਕੇ ਦੁਨੀਆ ਦੇ ਹਿੱਸੇ ਨਹੀਂ ਕੀਤੇ। ਜਾਤ ਨੇ ਲੋਕਾਈ ਨੂੰ ਤੋੜਿਆ ਹੈ। ਮਹਾਰਾਜ ਨੂੰ ਪੁੱਛੋ ਜੀ, ਤੁਸੀਂ ਜਾਤ ਪਾਤ ਮੰਨਦੇ ਹੋ, ਵਰਣ ਵੰਡ ਮੰਨਦੇ ਹੋ?
ਕਹਿੰਦੇ ਮੰਨਦਾ ਹਾਂ ਪਰ ਚਮ ਕਰਕੇ ਨਹੀਂ, ਮਨ ਕਰਕੇ। ਜੇ ਚਮ ਕਰਕੇ ਜਾਤ ਵੰਡੋਗੇ ਤੇ ਕਹਿੰਦੇ ਇਹ ਠੀਕ ਨਹੀਂ ਹੈ। ਸਾਰੇ ਇੱਕੇ ਮਿੱਟੀ ਦੇ ਬਣੇ ਹੈ। ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਫਿਰ ਮਨ ਕਰਕੇ ਮਹਾਰਾਜ ਕੀ ਮਤਲਬ ਹੋਇਆ ਜਾਤ ਪਾਤ ਦਾ? ਕਹਿੰਦੇ ਅਸਲ ਵਿੱਚ ਜਿਹੜਾ ਨੀਚ ਕਰਮ ਕਰਦਾ ਹੈ ਉਹ ਸ਼ੂਦਰ ਹੈ, ਉਹ ਨੀਵਾਂ ਹੈ। ਕਾਮ ਕ੍ਰੋਧ ਲੋਭ ਵਿੱਚ ਡੁੱਬਿਆ ਹੋਇਆ ਬੰਦਾ, ਤ੍ਰਿਕਾਰ ਹੈ ਉਹਦੇ ਤੇ, ਵਿਕਾਰੀ ਬੰਦਾ, ਮੁਰਦਾਰ ਖਾਣ ਵਾਲਾ, ਦੂਜਿਆਂ ਦਾ ਹੱਕ ਮਾਰਨ ਵਾਲਾ, ਜ਼ੁਲਮੋ ਸਿਤਮ ਕਰਨ ਵਾਲਾ। ਦੂਸਰੀ ਤਰਫ ਜਿਹੜਾ ਚੰਗੇ ਕਰਮ ਕਰਦਾ ਹੈ, ਸੰਤੋਖ ਵਿੱਚ ਹੈ, ਗਰੀਬ ਗੁਰਬੇ ਤੇ ਦਇਆ ਕਰਦਾ ਹੈ, ਨਾਮ ਜਪਦਾ ਹੈ, ਪਰਮਾਤਮਾ ਦੇ ਗੀਤ ਗਾਉਂਦਾ ਹੈ, ਉਸ ਉੱਚ ਪਰਮਾਤਮਾ ਨਾਲ, ਉੱਚੇ ਨਾਲ ਜੁੜ ਕੇ ਉੱਚਾ ਹੋ ਗਿਆ, ਉਹਦੀ ਜਾਤ ਉੱਚੀ। ਕਹਿੰਦੇ ਅਸੀਂ ਬ੍ਰਾਹਮਣ ਉਸ ਨੂੰ ਸਮਝਦੇ ਜਿਹੜਾ ਬ੍ਰਹਮ ਵਿੱਚ ਅਭੇਦ ਹੈ, ਪਰਮਾਤਮਾ ਦੇ ਗੀਤ ਗਾਉਂਦਾ ਹੈ। ਬ੍ਰਾਹਮਣਾ ਘਰ ਜੰਮਣ ਵਾਲਾ ਬ੍ਰਾਹਮਣ ਨਹੀਂ ਹੋ ਸਕਦਾ। ਸੋ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਜੇ ਕੋਈ ਆਖੇ ਨਾ ਮੈਂ ਤੇ ਉੱਚੀ ਜਾਤ ਵਿੱਚ ਆ, ਮੈਂ ਰੱਬ ਦੇ ਗੀਤ ਗਾਉਣੇ ਨੇ, ਕਹਿੰਦੇ ਇਹ ਜਾਤ ਕੁੱਲ ਜਿਹੜੀ ਹੈ ਉੱਤਮ ਨਹੀਂ ਸਮਝੀ ਜਾਣੀ। ਜੇ ਪਰਮਾਤਮਾ ਦੇ ਗੀਤ ਨਹੀਂ ਗਾਵੇਂਗਾ, ਉੱਚੇ ਹੋਣਾ ਹੈ ਨਾ, ਤੇ ਪਰਮਾਤਮਾ ਦੇ ਨਾਲ, ਪਰਮ ਸ਼ਕਤੀ ਨਾਲ ਮਿਲ ਉਹਦੇ ਗੀਤ ਗਾ। ਜਿਹੜਾ ਉਸ ਉੱਚੇ ਨਾਲ ਜੁੜ ਗਿਆ ਉਹ ਉੱਚਾ ਹੋ ਗਿਆ, ਨਹੀਂ ਤੇ ਤੂੰ ਨੀਚ ਪੁਣੇ ਵਿੱਚ ਹੀ ਗਿਣਿਆ ਜਾਵੇਂਗਾ। ਅੱਗੇ ਮਹਾਰਾਜ ਕਹਿੰਦੇ ਨੇ ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ। ਕਿਧਰੇ ਕੋਈ ਸਾਖਤ ਬੰਦੇ ਤੇ ਪਰਮਾਤਮਾ ਨੂੰ, ਮਹਾਂਪੁਰਸ਼ਾਂ ਨੂੰ ਦਇਆ ਆ ਜਾਵੇ ਤੇ ਉਹ ਗੁਰੂ ਦੀ ਸੰਗਤ ਆ ਜਾਂਦੇ ਨੇ। ਪਰਮਾਤਮਾ ਦੀ ਉਹਨਾਂ ਤੇ ਕਿਰਪਾ ਹੋਈ, ਉਹਨੇ ਮਨ ਬਣਾ ਲਿਆ ਵੀ ਇਹ ਪਛਾਤਾਪ ਕਰਦਾ ਹੈ, ਇਹਨੂੰ ਮੈਂ ਹੁਣ ਤਾਰਨਾ ਹੈ, ਇਹਨੂੰ ਮਨਮੁਖ ਤੋਂ ਗੁਰਮੁਖ ਮੈਂ ਬਣਾਉਣਾ ਹੈ। ਉਹਨੂੰ ਆ ਗਈ ਦਇਆ। ਜਦੋਂ ਪਾਤਸ਼ਾਹ ਕਹਿੰਦੇ ਨੇ ਉਸ ਪਰਮ ਈਸ਼ਵਰ ਨੂੰ ਦਇਆ ਆਈ, ਆਖਣ ਲੱਗੇ ਕਹੋ ਨਾਨਕ ਗੁਰ ਜਗਤ ਤਰਾਇਆ। ਜਗਤ ਦਾ ਭਾਵ ਹੈ ਇਹ ਦੁਨੀਆ ਜੋ ਪ੍ਰਫੁੱਲਤ ਹੈ, ਜੋ ਵੱਧਦੀ ਹੈ, ਘਟਦੀ ਹੈ, ਕਿਧਰੇ ਸੰਕੀਰਣ ਹੋ ਜਾਂਦੀ ਹੈ, ਕਿਧਰੇ ਵਿਸਥਾਰ ਹੋ ਜਾਂਦਾ ਹੈ। ਜਿਹੜਾ ਸਤ ਸੰਗਤ ਵਿੱਚ ਆ ਗਿਆ, ਜੀਵਨ ਕਾਲ ਦੇ ਉਹਦੇ ਕੀਤੇ ਗੁਨਾਹ ਗੁਰੂ ਨਾਨਕ ਸਾਹਿਬ ਬਖਸ਼ ਦਿੰਦੇ ਨੇ ਜੇ ਸੱਚੇ ਮਨੋਂ ਪਛਾਤਾਪ ਕਰੇ। ਤੇ ਜਿੰਨਾ ਮਰਜ਼ੀ ਕੱਪੜਾ ਮੈਲਾ ਹੋਵੇ, ਜੇ ਮਲ ਨੂੰ ਹੀ ਨਾ ਹਟੀਏ ਤੇ ਦਾਗ ਤੇ ਲੈਣਗੇ ਹੀ ਨਾ। ਸੋ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਮਾਤਮਾ ਕਿਰਪਾਲੂ ਹੋ ਕੇ ਗੁਰੂ ਦੀ ਸੰਗਤ ਵਿੱਚ, ਆਪਣੇ ਸਰਗੁਣ ਸਰੂਪ ਦੀ ਸੰਗਤ ਵਿੱਚ ਭੇਜ ਦਵੇ ਤੇ ਗੁਰੂ ਦੀ ਨਦਰ ਪੈ ਜਾਵੇ ਸਾਡੇ ਤੇ, ਮਿਹਰ ਹੋ ਜਾਵੇ, ਅਸੀਂ ਸੱਚੇ ਮਨੋਂ ਪਛਾਤਾਪ ਕਰੀਏ, ਨਾਮ ਜਪੀਏ ਤੇ ਸੰਸਾਰ ਸਾਗਰ ਤੋਂ ਸਾਖਤ ਵੀ ਤਰ ਜਾਂਦੇ ਨੇ। ਡੁੱਬਦੇ ਹੋਏ ਨੂੰ ਕਿਤੇ ਜਹਾਜ਼ ਮਿਲ ਜਾਵੇ, ਹੱਥ ਪੈ ਜਾਵੇ ਤੇ ਉਹ ਤਰ ਜਾਂਦਾ ਹੈ। ਦੁੱਤਰ ਇਹੋ ਸੰਸਾਰ ਸਤਿਗੁਰੂ ਤਰਾਇਆ। ਕਹਿੰਦੇ ਸੰਸਾਰ ਸਾਗਰ ਹੈ ਦੁੱਖਾਂ ਦਾ, ਔਰ ਨਦੀ ਨੂੰ ਬੇੜੇ ਨਾਲ ਤਰਿਆ ਜਾ ਸਕਦਾ ਹੈ। ਸਾਗਰ ਬੇੜੀ ਨਾਲ ਨਹੀਂ ਲੰਘੇ ਜਾਂਦੇ, ਵੱਡਾ ਬੇੜਾ ਜਹਾਜ਼ ਚਾਹੀਦਾ ਹੁੰਦਾ ਹੈ। ਇੱਧਰ ਉੱਧਰ ਤੁਸੀਂ ਤੁਰੇ ਫਿਰਦੇ ਹੋ, ਕਦੇ ਮੂਰਤਾ ਵੱਲ, ਕਦੇ ਕਬਰਾਂ ਵੱਲ, ਇਹ ਸਭ ਬੇੜੀਆਂ ਨੇ। ਜੇ ਸੰਸਾਰ ਸਾਗਰ ਤੋਂ ਤਰਨਾ ਹੈ, ਜੋ ਬੜਾ ਦੁੱਤਰ ਹੈ, ਬੜਾ ਕਠਨ ਹੈ, ਬੜੀਆਂ ਦੁੱਖਾਂ ਦੀਆਂ ਜਿਹਦੇ ਵਿੱਚ ਛੱਲਾਂ ਨੇ, ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਗੀਤ ਗਾਓ, ਅਕਾਲ ਪੁਰਖ ਦੇ ਗੀਤ ਗਾਓ ਤੇ ਤੁਸੀਂ ਮੁਕਤੀ ਹਾਸਲ ਕਰ ਸਕਦੇ ਹੋ। ਗੁਰੂ ਹੀ ਉਹ ਜਹਾਜ਼ ਹੈ ਜੋ ਭਵਸਾਗਰ ਤੋਂ ਤਾਰਦਾ ਹੈ। ਇੰਗਲਿਸ਼ ਦੇ ਵਿਦਵਾਨ ਕਹਿੰਦੇ ਨੇ ਦਿਸ ਵਰਲਡ ਓਸ਼ਨ ਇਜ਼ ਡਿਫਿਕਲਟ ਟੂ ਕ੍ਰਾਸ। ਬੜਾ ਔਖਾ ਹੈ ਸੰਸਾਰ ਸਾਗਰ ਤੋਂ ਪਾਰ ਲੰਘਣਾ। ਦਾ ਟਰੂ ਗੁਰੂ ਹੈ ਕੈਰਿਡ ਮੀ ਅਕ੍ਰਾਸ। ਕੇਵਲ ਗੁਰੂ ਨਾਨਕ ਹੀ ਪਾਰ ਲਾਉਣ ਵਾਲੇ ਨੇ। ਮਿਟਿਆ ਆਵਾ ਗਾਉਣ ਜਾਂ ਪੂਰਾ ਪਾਇਆ ਆਵਾਗਮਨ 84 ਲੱਖ ਜੂਨਾਂ ਮਿਟ ਗਈਆਂ, ਪਾਰ ਹੋ ਗਏ ਜੰਮਣ ਮਰਨ ਤੋਂ ਜਦੋਂ ਪੂਰੇ ਪਰਮੇਸ਼ਵਰ ਨੂੰ ਗੁਰੂ ਦੀ ਸੰਗਤ ਵਿੱਚ ਆ ਕੇ ਪਾ ਲਿਆ।
सो गुरु दे दर ते आउण दा ये लाभ है। गुरु दे दर ते आया निजात मिलती है, मुक्ति मिलती है। मैं इत्थे शब्द दी विचार नूं संकोच के एक आप संगत नूं बेनती करनी चाहुंदा हां। कल नूं 1 जनवरी नूं गोरियां दे कैलेंडर अनुसार नवें साल का आगाज़ हो रहा है। गुरु तेग बहादुर साहिब के चरणों विच आपां बेनती करिए, इस रूहे जमीन ते महाराज सहज नूं प्रगट रखण, आनंद बनिया रवे। पिछले 2 सालों तो महामारी ने, करोना वायरस ने इंसानियत नूं बेहाल कीता होया है। गुरु ही रोग सोग मिटाउण वाले ने। पर मैं सिखां नूं ये भी समझाउणा चाहुंदा भी क्रिश्चियनिटी अनुसार तो ठीक है, कल तो नवां साल है, तो बगानी थाली का लड्डू सानू बहुता प्यारा लगता, तो आपदा लड्डू सानू पता नहीं क्यों स्वाद नहीं लगता। मैं तुहानू ऑथेंटिकली ये प्रूव करके दसदा भी असल नवां साल कदों चाहिदा है, तो उदों ही गुरु नानक साहिब ने सिखां नूं नवें साल दे आगाज़ बाबत आगाह कीता है भी नवां साल जनवरी विच नहीं चढ़दा, चेत विच चढ़दा है, जो मार्च दे अध चों शुरू हुंदा है। जदों तुसीं 12 माह पढ़दे हो ना, गुरु नानक साहिब नूं पढ़ो जां गुरु अर्जन साहिब दे 12 माह पढ़ो, नवां साल जे इंग्लिश कैलेंडर अनुसार देखना है तो मार्च की जो संगरांद हुंदी है उत्थों इहदा आगाज़ हुंदा है, 1 चेत तो शुरू हुंदा है। तुसीं पढ़दे हो ना, चेत गोबिंद आराधी है होवै आनंद घना। इहदे पिछे एक लॉजिक छिपिया है। देखो, वैसे 6 रुत्तां प्रचलित ने, आपां मुख 4 रुत्तां समझदे हैं। पहली की है स्प्रिंग सीजन, जिन्हों बसंत रुत कहिंदे हो। फिर की है समर सीजन, गर्मी। फिर फॉल है, जिन्हों पतझड़ कहिंदे हो। फिर विंटर्स शुरू हुंदे ने, सर्दियां कहिंदे हो। वेखो, पहला महीना सिख जगत का भारत वर्ष के अंदर बसंत रुत तो शुरू हो रहा है। उहदा एक कारण है, मार्च के अध विच 1 चेतर तो शुरू हुंदा है। ठंड दे नाल जिहड़ियां जड़ां रुख मुरझा जांदे ने, कोरे दे नाल जिहड़ा घाह सुक जांदा है। जदों स्प्रिंग सीजन चढ़दा है, बसंत रुत प्रगट हुंदी है, जड़ां मुड़ सुरजीत हुंदियां ने, जड़ां हरियां भरियां हुंदियां ने, ये वनस्पति हरी भरी हो जाती है। ये कुदरत बड़ी सुहावनी सुंदर लगती है और समझ पैंदी है भी कुछ नवा प्रगट हो रहा है, नवी शुरुआत हो रही है। महाराज ने उदों ही साडे नवे महीने का साल का आगाज़ रखिया 1 चेतर तो। अच्छा, बसंत रुत विच बर्फ खुरदी है, पिघलदी है, नदियां नालियां दा पानी प्रफुल्लित होके वग तुरदा है। और नदियां कित्थे पहुँचदियां ने? सागर ताईं। कहिंदे सिखा, पिछला साल जे रब दे गीत नहीं गा सकिया, देख बसंत रुत दे विच नदियां वह तुरियां ने, बर्फ पिघल गई है। परमात्मा वल नूं तुर पै, रब दे गीत गा, जिवें नदियां वह के सागर विच मिल गईयां, परमात्मा विच मिल। जदों परमात्मा विच मिल गया, वनस्पति वांगू हरिया भरिया होवेगा, दुख मिट जाणगे तेरे। सानू ये समझाया पातशाह ने। हुण तुसीं जदों नवां साल सिखो मनाउण लग पैंदे हो, ये ते वो समा शुरू हुंदा जदों कोरे दे नाल फसलां जिहड़ियां ने वो मुरझाउण वल नूं तुरदियां ने। तुसीं वो साल मनाउण लग पैंदे हो जदों घाह भी सुकण लग पैंदा, रुखां दे पल्ले भी कुछ नहीं रहिंदा, फुटनों हट जांदे ने, नदियां नालिਆਂ विच बर्फ जम जांदी है, सीत पैंदी है। वो ठीक है, अंग्रेज़ां नूं उन्हां दा कैलेंडर मुबारक है, ठीक है, उन्हां राज कीता, देयर आर मैनी कलोनीज
जिन्हां दे उत्ते इन्हां राज कीता गोरियां, उन्हां आपदे ही कैलेंडर लागू करते ते साडी आदत ही पै गई, असीं अगली दी थाली दा लड्डू खोण पै जाने, चुकण पै जाने। ये 2022 चढ़ रहा है अंग्रेज़ां दे कैलेंडर दा, ते साडा इन्हां दे नालों जे ध्यान मारीए ना 57 साल दा फासला है। जे इन्हां दा 22 चल रहा है ना तो साडा 2079 होवेगा, 2079 होवेगा। और ये प्रगट होवेगा जदों मार्च विच संगरांद आवेगी। सो ये मेरी बेनती है, बिक्रमी अनुसार जो बाणी विच महाराज ने रुतां माह वरते ने, साडे कैलेंडर दा आगाज़ 1 चेत तो है। वो भी गुरधामां दे अंदर विद्वान पुरुषां नूं संगत ताईं पहुँचाउणा चाहीदा है ज्ञान। असीं गोरियां दे पिछे तुर के ये नवां साल मनाई जाने हैं। देखो मैं एक गल कह दवां, महा दिवस मूरत भले जिसको नदर करे, नानक मंगै दर्श दान किरपा करहो हरे। क्यों असीं नवें साल ते गुरु घर आउणे हैं? मैं नहीं कहता तुसीं आउणा छड्ड दिओ, मैं ये बेनती करदा भी यही आस लैके आए हो ना, महाराज ये साल चंगा गुजरे, संगरांद ते आउंदे हो महीना चंगा गुजरे। बापू कहता है जे रोज़ आया करें तो जीवन ही सफला गुजरे तेरा। जिवें संगरांद नवें साल ते आउणा है, रोज़ गुरु घर आया कर। मुबारक है गोरियां नूं उन्हां दा नवां साल। तुहाडा सिखो 1 चेत तू है। अज तो ही तुहानूं भी मुबारकां दे देवां। तुहाडी याददाश्त बड़ी ढिली पै गई, उदों तक तो तुसीं भुल जाना। साडा यतन है कथावाचकां दा याद करवाउंदे रहना। सो अपना ना भुलिया करो, ते आपां दूसरिਆਂ नाल ईरखा नहीं करदे, उन्हां नूं मनाउण दिओ। तुहाडा नवां महीना नवां साल दिन तिहार गुरु तेग बहादुर दे दर ते ही सफला है। और ये चंगी गल है, तुसीं दिन तिहार संगरांदा मस्या पुन्निया पखंड करन दी बजाए गुरु शब्द नाल अकाल पुरख दे गीत गा के मनाउंदे हो। तुहाडा जीवन महाराज सफला करदे ने। दास इत्थे विचार नूं संकोचदा है। आप संगतां दा, प्रबंधकां दा, दिल्ली सिख गुरुद्वारा प्रबंधक कमेटी दा, धर्म प्रचार कमेटी दा धन्नवाद। ਗਿਆਨੀ ਹਰਨਾਮ ਸਿੰਘ ਜੀ ਤੁਹਾਨੂੰ ਸੰਗਤਾਂ ਨੂੰ ਪ੍ਰੇਰ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਦੀਆਂ ਸੇਵਾਵਾਂ ਨਾਲ ਜੋੜਦੇ ਨੇ, ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਸਮੂਹ ਵਜ਼ੀਰ ਸਾਹਿਬਾਨਾਂ ਦਾ ਧੰਨਵਾਦ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।